ਸਾਚੇ ਗੁਰ ਕੈ ਹੇਤ ਪਿਆਰ। ਉਹ ਸੱਚੇ ਗੁਰੂ ਦੇ ਨਾਲ ਆਪਣੇ ਮਨੋ ਤਨੋ ਪ੍ਰੇਮ ਧਾਰਨ ਕਰਕੇ ਤੇ ਉਸ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਲੈਂਦੀ ਹੈ। ਨਿਸ ਅੰਧਿਆਰੀ ਸੁੱਤੀਏ, ਕਿਉਂ ਫਿਰ ਬਿਨ ਰਹਿਣ ਵਿਹਾਏ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਜੀਵ ਰੂਪ ਇਸਤਰੀ ਮੋਹ ਮਾਇਆ ਦੀ ਹਨੇਰੀ ਨੀਂਦ ਵਿੱਚ ਸੁੱਤੀ ਹੋਈ ਹੈ, ਹੁਣ ਉਹਨੂੰ ਇੱਕ ਵਿਛੜੀ ਹੋਈ ਬਿਰਹਣ ਇਸਤਰੀ ਵਾਂਗ ਉਪਦੇਸ਼ ਦਿੰਦੇ ਹਨ। ਨਿਸ ਅੰਧਿਆਰੀ ਸੁੱਤੀਏ, ਕਹਿੰਦੀ ਇਹ ਹਨੇਰੀ ਰਾਤ ਵਿੱਚ ਸੁੱਤੀਏ ਹੋਈਏ, ਕਿਉਂ ਪਿਰ ਬਿਨ ਰਹਿਣ ਵਿਹਾਏ, ਦੱਸ ਪਤੀ ਤੋਂ ਬਿਨਾਂ ਤੇਰੀ ਰਾਤ ਕਿਵੇਂ ਲੰਘੇਗੀ। ਇਹਦਾ ਮਤਲਬ ਇਹ ਹੈ ਹਰ ਜੀਵ ਰੂਪ ਇਸਤਰੀ ਜਿਹੜੀ ਅਵਿਦਿਆ ਰੂਪੀ ਹਨੇਰੀ ਰਾਤ ਹੈ ਇਹਦੇ ਵਿੱਚ ਸੁੱਤੀ ਪਈ ਹੈ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਤੇ ਜਾਗਦੇ ਕੌਣ ਨੇ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਕਿਉਂ ਪਿਰ ਬਿਨ ਰਹਿਣ ਵਿਹਾਏ, ਸਤਿਗੁਰੂ ਕਹਿੰਦੇ ਪਰਮੇਸ਼ਰ ਪਤੀ ਦੇ ਪਿਆਰ ਤੋਂ ਬਿਨਾਂ, ਉਹਦੇ ਸਿਮਰਨ ਤੋਂ ਬਿਨਾਂ, ਉਹਦੀ ਯਾਦ ਤੋਂ ਬਿਨਾਂ ਸਾਡੀ ਅਵਸਥਾ ਦੀ ਰਾਤ ਕਿਵੇਂ ਲੰਘ ਰਹੀ ਹੈ। ਭਾਵ ਸਾਡਾ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਜੋ ਜੀਵਨ ਬਸਰ ਹੋ ਰਿਹਾ ਹੈ ਉਹ ਵਿਅਰਥ ਜਾ ਰਿਹਾ ਹੈ। ਅੰਕ ਜਲੋ ਤਨ ਜਾਲਿਓ, ਮਨ ਤਨ ਜਲ ਬਲ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਜੇ ਵਾਹਿਗੁਰੂ ਦੀ ਯਾਦ ਹੀ ਤੇਰੇ ਜੀਵਨ ਦੇ ਵਿੱਚ ਨਹੀਂ ਹੈ, ਅੰਕ ਜਲੋ, ਤੇਰਾ ਅੰਕ ਦਾ ਅਰਥ ਹੈ ਹਿਰਦਾ, ਤੇਰਾ ਦਿਲ ਵੀ ਸੜ ਜਾਵੇ, ਤਨ ਜਾਲਿਓ ਤੇ ਤੇਰਾ ਸਰੀਰ ਵੀ ਸੜ ਜਾਵੇ, ਮਨ ਤਨ ਜਲ ਬਲ ਜਾਏ, ਤੇਰਾ ਮਨ ਵੀ ਸੂਖਸ਼ਮ ਸਰੀਰ ਤੇ ਤੇਰਾ ਧਨ ਵੀ ਸਾਰਾ ਸੜ ਬਲ ਜਾਵੇ। ਕਿਉਂਕਿ ਜੇ ਵਾਹਿਗੁਰੂ ਪਰਮੇਸ਼ਰ ਦਾ ਪਿਆਰ ਮਿਲਿਆ ਹੀ ਨਹੀਂ ਤੇ ਸਾਡੇ ਸਰੀਰ ਨੂੰ ਵੀ ਤੇ ਸਾਡੀ ਸਾਰੀ ਸੰਪत्ति ਨੂੰ ਵੀ ਤਰਕਾਰ ਹੈ। ਜਾ ਤਨ ਕੰਤ ਨਾ ਰਾਵਿਆ, ਤਾਂ ਬਿਰਥਾ ਜੋ ਬਨ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਉਸ ਪਰਮੇਸ਼ਰ ਪਤੀ ਨੇ ਜੀਵ ਰੂਪ ਇਸਤਰੀ ਨੂੰ ਨਹੀਂ ਮਾਣਿਆ, ਨਹੀਂ ਉਸ ਨੂੰ ਆਨੰਦ ਬਖਸ਼ਿਆ, ਤਾਂ ਬਿਰਥਾ ਜੋਬਨ ਜਾਏ, ਸਮਝ ਲਓ ਉਸ ਦੀ ਜੋਬਨ ਅਵਸਥਾ ਵਿਅਰਥ ਜਾ ਰਹੀ ਹੈ। ਇਹਦਾ ਮਤਲਬ ਇਹ ਹੈ ਜਿਹੜੀ ਸ਼ੌਕ ਅਵਸਥਾ ਹੈ ਵਾਹਿਗੁਰੂ ਦੇ ਮਿਲਣ ਦੀ, ਇਹ ਜੋਬਨ ਅਵਸਥਾ ਹੁੰਦੀ ਹੈ। ਪਰ ਜੇ ਐਸੀ ਸ਼ੌਕ ਅਵਸਥਾ ਦੇ ਵਿੱਚ, ਜਿਗਿਆਸਾ ਅਵਸਥਾ ਦੇ ਅੰਦਰ ਜੇ ਪਰਮੇਸ਼ਰ ਪਤੀ ਦੀ ਪ੍ਰਾਪਤੀ ਨਾ ਹੋਈ, ਉਸ ਪਰਮੇਸ਼ਰ ਪਤੀ ਨੇ ਜੀਵ ਨੂੰ ਨਾ ਸੁਹਾਗਣ ਬਣਾਇਆ, ਨਾ ਆਨੰਦ ਪ੍ਰਦਾਨ ਕੀਤਾ, ਤੇ ਉਸ ਦੀ ਇਹ ਸ਼ੌਕ ਅਵਸਥਾ, ਜਿਗਿਆਸਾ ਅਵਸਥਾ ਵੀ ਵਿਅਰਥ ਚਲੀ ਜਾਂਦੀ ਹੈ। ਤੇ ਜੈ ਕੰਤ ਮਹੇ ਲੜੀ, ਸੂਤੀ ਬੂਝ ਨ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕੋ ਹੀ ਸੇਜਾ ਹੈ ਪਤੀ ਤੇ ਮਹਿਲੜੀ ਇਸਤਰੀ ਦੀ, ਸੇਜ ਏਕ ਏਕੋ ਪ੍ਰਭ ਠਾਕਰ। ਇੱਕੋ ਹੀ ਸੇਜਾ ਤੇ ਪਰਮੇਸ਼ਰ ਪਤੀ ਵਸ ਰਿਹਾ ਹੈ, ਉੱਥੇ ਹੀ ਜੀਵ ਰੂਪ ਇਸਤਰੀ ਵਸ ਰਹੀ ਹੈ। ਸੂਤੀ ਬੂਝ ਨਾ ਪਾਏ, ਪਰ ਹਜ਼ੂਰ ਕਹਿੰਦੇ ਜੀਵ ਰੂਪ ਇਸਤਰੀ ਮੂਹ ਮਾਇਆ ਦੀ ਅਗਿਆਨਤਾ ਦੀ ਨੀਂਦ ਵਿੱਚ ਸੁੱਤੀ ਪਈ ਹੈ, ਇਸੇ ਲਈ ਉਹ ਪਤੀ ਪਰਮੇਸ਼ਰ ਦੀ ਬੂਝ ਸਮਝ ਨਹੀਂ ਪ੍ਰਾਪਤ ਕਰ ਸਕਦੀ। ਸੁੱਤੀ ਫਿਰ ਜਾਗਣਾ, ਕਿਸ ਕੋ ਪੁੱਛੋ ਜਾਏ। ਫਿਰ ਜੀਵ ਰੂਪ ਇਸਤਰੀ ਹੋਰ ਸੁਹਾਗਣਾ ਨੂੰ, ਗੁਰਮੁਖਾਂ ਨੂੰ ਬੇਨਤੀ ਕਰਦੀ ਹੈ, ਹਉ ਸੁੱਤੀ, ਬਈ ਮੈਂ ਤੇ ਮੋਹ ਮਾਇਆ ਦੀ ਅਗਿਆਨਤਾ ਦੀ ਨੀਂਦ ਵਿੱਚ ਸੁੱਤੀ ਪਈ ਹਾਂ, ਤੇ ਫਿਰ ਜਾਗਣਾ ਤੇ ਪਰਮੇਸ਼ਰ ਪਤੀ ਜਾਗ ਰਿਹਾ ਹੈ। ਕਿਸ ਕੋ ਪੁੱਛੋਂ ਜਾਏ, ਮੈਂ ਜਾ ਕੇ ਕਿਸ ਨੂੰ ਪੁੱਛਾਂ ਕਿ ਮੈਂ ਕਿਵੇਂ ਜਾਗ ਸਕਦੀ ਹਾਂ, ਕਿਵੇਂ ਮੈਨੂੰ ਵਾਹਿਗੁਰੂ ਪਰਮੇਸ਼ਰ ਪਤੀ ਮਿਲ ਸਕਦਾ ਹੈ। ਸਤਿਗੁਰ ਮੇਲੀ ਭੈ ਵਸੀ, ਨਾਨਕ ਪ੍ਰੇਮ ਸਖਾਏ। ਤੇ ਫਿਰ ਅੱਗੋਂ ਗੁਰਮੁਖਾਂ ਨੇ ਜਵਾਬ ਦਿੱਤਾ, ਬਈ ਇਹ ਗੱਲ ਤੂੰ ਸਤਿਗੁਰੂ ਨੂੰ ਜਾ ਕੇ ਪੁੱਛ, ਕਿਸ ਕੋ ਪੁੱਛੋਂ ਜਾਏ। ਤੇ ਜਦੋਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਜੀਵ ਰੂਪ ਇਸਤਰੀ ਆ ਜਾਂਦੀ ਹੈ, ਸਤਿਗੁਰ ਮੇਲੀ ਪੈ ਵਸੀ, ਨਾਨਕ ਪ੍ਰੇਮ ਸਿਖਾਏ। ਜਿਹੜੀ ਸਤਿਗੁਰੂ ਦੀ ਸ਼ਰਨ ਵਿੱਚ ਆ ਗਈ ਤੇ ਸਤਿਗੁਰੂ ਨੇ ਉਸ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਲ ਦਿੱਤਾ। ਕਿਵੇਂ? ਪੈ ਵਸੀ, ਜਿਹੜੀ ਜੀਵ ਰੂਪ ਇਸਤਰੀ ਗੁਰੂ ਦੀ ਸਿੱਖਿਆ ਲੈ ਕੇ ਵਾਹਿਗੁਰੂ ਦੇ ਭੈ ਦੇ ਵਿੱਚ ਵਸ ਗਈ, ਨਾਨਕ ਪ੍ਰੇਮ ਸਿਖਾਏ, ਤੇ ਨਾਲ ਹੀ ਵਾਹਿਗੁਰੂ ਦੇ ਪ੍ਰੇਮ ਨੂੰ ਆਪਣਾ ਸਿਖਾਏ ਸਾਥੀ ਮਿੱਤਰ ਬਣਾ ਲਿਆ,
ਤੇ ਉਹ ਜੀਵ ਰੂਪ ਇਸਤਰੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਜਾਂਦੀ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਆਪੇ ਗੁਣ ਆਪੇ ਕਥੈ, ਆਪੇ ਸੁਣ ਵਿਚਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਤੀਸਰੀ ਅਸ਼ਟਪਦੀ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਇਹ ਬਚਨ ਬੇਨਤੀ ਕਰ ਰਹੇ ਨੇ। ਹਰ ਜੀਓ ਤੂੰ ਕਰਤਾ ਕਰਤਾਰ, हे ਵਾਹਿਗੁਰੂ ਜੀਓ ਤੂੰ ਕਰਤਾ ਪੁਰਖ ਹੈ ਤੇ ਕਰਤਾਰ ਸਿਰਜਣਹਾਰ ਵੀ ਹੈ। ਜਿਉਂ ਭਾਵੈ ਤਿਉਂ ਰਾਖ ਤੂੰ, ਹਰ ਨਾਮ ਮਿਲੈ ਆਚਾਰ। हे ਵਾਹਿਗੁਰੂ ਜੀ, ਜਿਵੇਂ ਤੁਹਾਨੂੰ ਭਾਉਂਦਾ ਹੈ ਉਸੇ ਤਰ੍ਹਾਂ ਤੁਸੀਂ ਸਾਨੂੰ ਰੱਖ ਲਓ, ਕਿਉਂਕਿ ਤੁਹਾਨੂੰ ਪਤਾ ਹੈ ਤੁਸੀਂ ਕਿਵੇਂ ਸਾਨੂੰ ਰੱਖਣਾ ਹੈ। ਤੇ ਨਾਲ ਹੀ ਮਹਾਰਾਜ ਕਿਰਪਾ ਇਹ ਕਰੋ, ਹਰ ਨਾਮ ਮਿਲੈ ਆਚਾਰ। ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਦਾ ਆਚਾਰ ਅਮਲੀ ਜੀਵਨ ਪ੍ਰਾਪਤ ਹੋ ਜਾਵੇ। ਕਿਉਂਕਿ ਇੱਕ ਤਾਂ ਕੇਵਲ ਉਤੋਂ ਨਾਮ ਜਪਣਾ ਹੈ ਨਾ, ਕੇਵਲ ਰਸਨਾ ਤੋਂ ਨਾਮ ਜਪਣਾ ਹੈ, ਉਤੋਂ ਹੀ ਸਿੱਖੀ ਦਾ ਲਿਬਾਸ ਧਾਰਨ ਕਰਨਾ ਹੈ। ਅਮਲੀ ਜੀਵਨ ਉਹ ਹੁੰਦਾ ਹੈ ਵੀ ਜਿਸ ਦੇ ਵਿੱਚ ਸਿੱਖੀ ਦਾ ਸੰਚਾਰ ਬਾਹਰ ਹੀ ਨਹੀਂ, ਸਾਡੀ ਅੰਦਰਲੀ ਜ਼ਿੰਦਗੀ ਦੇ ਵਿੱਚ ਵੀ ਚਲਿਆ ਜਾਂਦਾ ਹੈ। ਹਜ਼ੂਰ ਕਹਿੰਦੇ ਹਰ ਨਾਮ ਮਿਲੈ ਆਚਾਰ। ਮਹਾਰਾਜ ਵਾਹਿਗੁਰੂ ਦੇ ਨਾਮ ਦਾ ਅਮਲੀ ਜੀਵਨ ਵੀ ਸਾਨੂੰ ਪ੍ਰਾਪਤ ਹੋ ਜਾਵੇ, ਇਹ ਕਿਰਪਾ ਕਰੋ। ਆਪੇ ਗੁਣ ਆਪੇ ਕਥੈ। ਹਜ਼ੂਰ ਕਹਿੰਦੇ ਵਾਹਿਗੁਰੂ ਪਰਮੇਸ਼ਰ ਸਰਵ ਵਿਆਪਕ ਹੈ। ਆਪੇ ਗੁਣ ਉਹ ਆਪ ਗੁਣ ਰੂਪ ਹੈ। ਸਤ ਸੰਤੋਖ ਆਦਿਕ ਜਿਹੜੇ ਗੁਣ ਨੇ, ਨਿਰਭਉ ਨਿਰਵੈਰਤਾ ਦੇ ਗੁਣ ਨੇ, ਇਹ ਵੀ ਵਾਹਿਗੁਰੂ ਪਰਮੇਸ਼ਰ ਆਪ ਹੋ ਰਿਹਾ ਹੈ। ਆਪੇ ਗੁਣ ਆਪੇ ਕਥੈ। ਵਾਹਿਗੁਰੂ ਆਪ ਹੀ ਗੁਣ ਰੂਪ ਹੈ ਤੇ ਆਪ ਹੀ ਉਹਨਾਂ ਨੂੰ ਕਥੈ ਉਚਾਰਨ ਕਰਦਾ ਹੈ। ਆਪੇ ਸੁਣ ਵਿਚਾਰ, ਤੇ ਆਪ ਹੀ ਸੁਣ ਕੇ ਅੱਗੇ ਵਿਚਾਰ ਕਰਦਾ ਹੈ। ਆਪੇ ਰਤਨ ਪਰਖ ਤੂੰ, ਆਪੇ ਮੋਲ ਅਪਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, हे ਵਾਹਿਗੁਰੂ ਜੀ, ਆਪੇ ਰਤਨ ਤੂੰ, ਆਪ ਹੀ ਨਾਮ ਰੂਪ ਰਤਨ ਹੈ। ਪਰਖ ਤੂੰ, ਤੇ ਆਪ ਹੀ ਤੂੰ ਜੌਹਰੀ ਹੋ ਕੇ ਪਰਖਣ ਵਾਲਾ ਹੈ। ਆਪੇ ਮੋਲ ਅਪਾਰ, ਤੇ ਆਪ ਹੀ ਉਸ ਦਾ ਅਪਾਰ ਜਿਹੜਾ ਬਹੁਤਾ ਮੁੱਲ ਪਾਉਣਾ। ਜਿਹਦੇ ਕੋਲੇ ਨਾਮ ਰੂਪੀ ਰਤਨ ਹੁੰਦਾ ਹੈ ਉਹਦੀ ਪਰਖ ਵੀ ਵਾਹਿਗੁਰੂ ਆਪ ਹੀ ਕਰਦਾ ਹੈ ਗੁਰੂ ਸਰੂਪ ਹੋ ਕੇ, ਤੇ ਆਪ ਹੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਉਸ ਦਾ ਬਹੁਤਾ ਮੁੱਲ ਪਾਉਂਦਾ ਹੈ। ਭਾਵ ਨਾਮ ਜਪਣ ਵਾਲਿਆਂ ਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਸੱਚਖੰਡ ਦੇ ਵਿੱਚ ਵਾਸਾ ਦਿੰਦਾ ਹੈ। ਸਾਚੋ ਮਾਨ ਮਹਤ ਤੂੰ, ਆਪੇ ਦੇਵਨ ਹਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, हे ਵਾਹਿਗੁਰੂ ਜੀ, ਸਾਚੋ ਮਾਨ ਮਹਤ ਤੂੰ, ਸੱਚਾ ਮਾਨ ਆਦਰ ਵੀ ਤੂੰ ਹੀ ਹੈ। ਤੇ ਮਹਤ ਦਾ ਅਰਥ ਹੈ ਜਿਹੜਾ ਉੱਚਾ ਮਰਤਬਾ ਹੈ, ਭਗਤ ਬਰਾਬਰ ਔਰ ਨਾ ਕੋਈ, ਉਹ ਵੀ ਤੂੰ ਹੀ ਹੈ। ਆਪੇ ਦੇਵਨ ਹਾਰ, ਤੇ ਆਪ ਹੀ ਤੂੰ ਆਪਣੇ ਭਗਤਾਂ ਨੂੰ ਮਾਣ ਸਤਕਾਰ ਤੇ ਉੱਚਾ ਮਰਤਬਾ ਬਖਸ਼ਿਸ਼ ਕਰਨ ਵਾਲਾ ਹੈ। ਹਰ ਜੀਓ ਤੂੰ ਕਰਤਾ ਕਰਤਾਰ, ਜਿਉ ਭਾਵੈ ਤਿਉ ਰਾਖ ਤੂੰ, ਹਰ ਨਾਮ ਮਿਲੈ ਆਚਾਰ। ਰਹਾਉ ਆਪੇ ਹੀਰਾ ਨਿਰਮਲਾ, ਆਪੇ ਰੰਗ ਮਜੀਠ। ਰਹਾਉ ਦੀਆਂ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਨੂੰ ਹੀ ਸੰਬੋਧਨ ਕਰਕੇ ਆਖਰੇ ਹਨ, हे ਵਾਹਿਗੁਰੂ ਜੀ, ਤੂੰ ਹੀ ਕਰਤਾ ਪੁਰਖ ਹੈ, ਤੂੰ ਹੀ ਕਰਤਾਰ ਸਿਰਜਣਹਾਰ ਹੈ। ਜਿਵੇਂ ਤੈਨੂੰ ਪਾਉਂਦਾ ਉਸੇ ਤਰ੍ਹਾਂ ਤੂੰ ਸਾਨੂੰ ਰੱਖ। ਤੇ ਨਾਲ ਮਹਾਰਾਜ ਸਾਡੀ ਇਹ ਅਰਦਾਸ ਹੈ, ਸਾਡੀ ਇਹ ਯਾਚਨਾ ਹੈ, ਹਰ ਨਾਮ ਮਿਲੈ ਆਚਾਰ। ਮਹਾਰਾਜ ਸਾਨੂੰ ਨਾਮ ਦਾ ਅਮਲੀ ਜੀਵਨ ਪ੍ਰਾਪਤ ਹੋ ਜਾਵੇ, ਅਥਵਾ ਹਰ ਨਾਮ ਮਿਲੈ ਆਚਾਰ। ਮਹਾਰਾਜ ਸਾਨੂੰ ਵਾਹਿਗੁਰੂ ਦਾ ਨਾਮ ਵੀ ਮਿਲੇ ਤੇ ਨਾਲ ਜਿਹੜਾ ਸਿੱਖੀ ਦਾ ਆਚਾਰ ਹੈ, ਸਿੱਖੀ ਦਾ ਅਮਲੀ ਜੀਵਨ ਹੈ, ਗੁਰਮਤਿ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਨੂੰ ਧਾਰਨ ਕਰਨ ਵਾਲਾ ਅਮਲੀ ਜੀਵਨ ਵੀ ਸਾਨੂੰ ਪ੍ਰਾਪਤ ਹੋ ਜਾਵੇ, ਇਹ ਯਾਚਨਾ ਕੀਤੀ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਆਪੇ ਹੀਰਾ ਨਿਰਮਲਾ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਇੱਕ ਨਿਰਮਲ ਹੀਰਾ ਹੈ। ਤੇ ਨਿਰਮਲ ਹੀਰਾ ਕਿਹੜਾ ਹੈ? ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਕੀਰਤਨ ਨਿਰਮੋਲਕ ਹੀਰਾ। ਵਾਹਿਗੁਰੂ ਆਪ ਹੀ ਨਿਰਮਲ ਹੀਰਾ ਕੀਰਤਨ ਹੈ,
ਆਪੇ ਰੰਗ ਮਜੀਠ, ਆਪੇ ਮਜੀਠ ਦਾ ਰੰਗ ਵਾਹਿਗੁਰੂ ਦੀ ਭਗਤੀ ਨਾਮ ਦਾ ਰੰਗ ਹੈ। ਆਪੇ ਮੋਤੀ ਉਜਲੋ ਆਪੇ ਭਗਤ ਬਸੀਠ। ਉਹ ਵਾਹਿਗੁਰੂ ਆਪ ਹੀ ਉਜਲ ਮੋਤੀ ਹੈ, ਸੁੱਚਾ ਮੋਤੀ ਹੈ। ਉਹ ਕੀ ਹੈ? ਉਜਲ ਮੋਤੀ ਹੈ, ਸ਼ੁੱਧ ਹਿਰਦਾ। ਆਪੇ ਭਗਤ ਬਸੀਠ, ਤੇ ਵਾਹਿਗੁਰੂ ਆਪ ਹੀ ਭਗਤਾਂ ਦਾ ਬਸੀਠ ਵਕੀਲ ਵੀ ਹੈ। ਭਗਤਾਂ ਦੀ ਵਕਾਲਤ, ਭਗਤਾਂ ਦੀ ਵਿਚੋਲਗੀ ਵਾਹਿਗੁਰੂ ਆਪ ਕਰਦਾ ਹੈ। ਆਪ ਉਹਨਾਂ ਨੂੰ ਆਪਣੇ ਨਾਲ ਜੋੜਦਾ ਹੈ। ਗੁਰ ਕੈ ਸ਼ਬਦ ਸਲਾਹਣ ਘਾਟ ਘਾਟ ਡੀਠ ਅਡੀਠ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਗੁਰੂ ਕੇ ਸ਼ਬਦ ਦੁਆਰਾ ਉਸ ਵਾਹਿਗੁਰੂ ਨੂੰ ਸਲਾਹੁਣਾ ਕੀਤਾ ਹੈ ਤੇ ਘਟ ਘਟ ਡੀਠ ਅਡੀਠ। ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਘਟਾਂ ਘਟਾਂ ਦੇ ਵਿੱਚ ਵਸਦਾ ਪਛਾਣਿਆ ਹੈ। ਡੀਠ ਅਡੀਠ, ਡੀਠ ਦਾ ਅਰਥ ਹੈ ਕਦੇ ਤਾਂ ਪ੍ਰਤੱਖ ਹੋ ਕੇ ਵਾਹਿਗੁਰੂ ਵਰਤ ਰਿਹਾ ਹੈ, ਤੇ ਅਡੀਠ ਦਾ ਅਰਥ ਹੈ ਕਦੇ ਗੁਪਤ ਹੋ ਕੇ ਵਰਤ ਰਿਹਾ ਹੈ। ਦੋਵੇਂ ਰੂਪਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਅਸੀਂ ਪਛਾਣ ਲਿਆ ਹੈ। ਅੱਜ ਜਿਵੇਂ ਧਰਤੀ ਹੈ, ਧਰਤੀ ਦੇ ਵਿੱਚ ਕਿਧਰੇ ਪਾਣੀ ਪ੍ਰਗਟ ਹੈ ਤੇ ਕਿਧਰੇ ਗੁਪਤ ਵਸ ਰਿਹਾ ਹੈ। ਇਉਂ ਵਾਹਿਗੁਰੂ ਵੀ ਕਿਧਰੇ ਗੁਪਤ ਹੋ ਕੇ ਵਸ ਰਿਹਾ ਹੈ, ਕਿਧਰੇ ਪ੍ਰਗਟ ਹੋ ਕੇ ਵਸ ਰਿਹਾ ਹੈ। ਗੁਰਮੁਖਾਂ ਦੇ ਅੰਦਰ ਵਿਦਮਾਨ ਹੋ ਕੇ ਵਰਤ ਰਿਹਾ ਹੈ, ਮਨਮੁਖਾਂ ਅੰਦਰ ਉਹ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ। ਹਜ਼ੂਰ ਕਹਿੰਦੇ ਅਸੀਂ ਘਟਾਂ ਘਟਾਂ ਦੇ ਵਿੱਚ ਉਸ ਨੂੰ ਗੋਪਤ ਤੇ ਪ੍ਰਗਟ ਰੂਪ ਦੇ ਵਿੱਚ ਵੇਖ ਲਿਆ ਹੈ। ਆਪੇ ਸਾਗਰ ਬੋਹਿਥਾ ਆਪੇ ਪਾਰ ਅਪਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਆਪ ਹੀ ਸਾਗਰ ਸੰਸਾਰ ਰੂਪੀ ਸਮੁੰਦਰ ਹੈ ਤੇ ਆਪ ਹੀ ਨਾਮ ਰੂਪ ਬੋਹਿਥਾ ਜਹਾਜ਼ ਹੈ। ਆਪੇ ਪਾਰੇ ਅਪਾਰ, ਆਪੇ ਵਾਹਿਗੁਰੂ ਪਾਰ ਪਰਲਾ ਕਿਨਾਰਾ ਹੈ ਤੇ ਆਪ ਹੀ ਅਪਾਰ ਉਰਲਾ ਕਿਨਾਰਾ ਹੈ। ਉਰਲਾ ਕਿਨਾਰਾ ਹੈ ਆ ਸੰਸਾਰ ਤੇ ਪਰਲਾ ਕਿਨਾਰਾ ਹੈ ਪਰਮੇਸ਼ਰ ਦੀ ਦਰਗਾਹ। ਇਹ ਵੀ ਵਾਹਿਗੁਰੂ ਆਪ ਹੀ ਹੋ ਰਿਹਾ ਹੈ। ਅਥਵਾ ਆਪੇ ਪਾਰ ਅਪਾਰ, ਆਪੇ ਉਹ ਪਾਰ ਮੁਕਤੀ ਰੂਪੀ ਕਿਨਾਰਾ ਹੈ ਤੇ ਆਪ ਹੀ ਅਪਾਰ ਉਰਲਾ ਕਿਨਾਰਾ ਮਨੁੱਖਾ ਦੇ ਮਨੁੱਖੀ ਜੀਵਨ ਵੀ ਉਹ ਆਪ ਹੀ ਹੋ ਰਿਹਾ ਹੈ। ਸਾਚੀ ਵਾਟ ਸੁਜਾਨ ਤੂੰ ਸ਼ਬਦ ਲੰਘਾਵਣ ਹਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਸੱਚੀ ਵਾਟ ਹੈ ਭਗਤੀ ਦੀ, ਉਹਨੂੰ ਦੱਸਣ ਵਾਲਾ ਸੁਜਾਨ ਸਤਿਗੁਰੂ ਵੀ ਤੂੰ ਆਪ ਹੈ। ਸ਼ਬਦ ਲੰਘਾਵਣ ਹਾਰ ਹੈ ਵਾਹਿਗੁਰੂ ਜੀ, ਗੁਰੂ ਕੇ ਸ਼ਬਦ ਦੁਆਰਾ ਤੂੰ ਆਪ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਹੈ। ਕਿਉਂਕਿ ਜਿਹੜਾ ਸਮੁੰਦਰ ਦਾ ਸਫ਼ਰ ਹੈ ਨਾ, ਇਹ ਕੁਛ ਵੱਖਰੀ ਕਿਸਮ ਦਾ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਤੂੰ ਆਪ ਹੀ ਸਾਗਰ ਹੈ, ਆਪ ਹੀ ਜਹਾਜ਼ ਹੈ ਤੇ ਆਪ ਹੀ ਉਰਲਾ ਕਿਨਾਰਾ ਹੈ, ਆਪ ਹੀ ਪਰਲਾ ਕਿਨਾਰਾ ਹੈ। ਤੇ ਸਾਚੀ ਵਾਟ ਸੁਜਾਨ ਤੂੰ, ਜਿਹੜੀ ਸੱਚੀ ਵਾਟ ਹੈ ਭਗਤੀ ਦੀ, ਇੱਥੇ ਸੱਚੀ ਵਾਟ ਭਗਤੀ ਦੇ ਰਸਤੇ ਤੇ ਚੱਲਣ ਦਾ ਢੰਗ ਵੀ ਤੂੰ ਆਪ ਹੀ ਦੱਸਣ ਵਾਲਾ ਸੁਜਾਨ ਗੁਰੂ ਹੈ। ਤੇ ਸ਼ਬਦ ਲੰਘਾਵਣ ਹਾਰ, ਤੇ ਗੁਰੂ ਕੇ ਸ਼ਬਦ ਨਾਲ ਜੋੜ ਕੇ, ਸ਼ਬਦ ਦੀ ਟੇਕ ਬਖਸ਼ ਕੇ ਆਪ ਹੀ ਇਸ ਭਵਸਾਗਰ ਤੋਂ ਪਾਰ ਲੰਘਾਉਣ ਵਾਲਾ ਹੈ। ਨਿਡਰਿਆਂ ਡਰ ਜਾਣੀਐ ਬਾਜ ਗੁਰੂ ਗੋਬਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਈ ਦੁਨੀਆ ਵਿੱਚ ਐਸੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਬੜੇ ਨਿਡਰ ਸਮਝਦੇ ਨੇ। ਕਹਿੰਦੇ ਅਸੀਂ ਨਹੀਂ ਕਿਸੇ ਤੋਂ ਡਰਦੇ, ਉਹ ਕਿਸੇ ਗੁਰੂ ਪੀਰ ਦਾ ਵੀ ਡਰ ਨਹੀਂ ਕਰਦੇ। ਪਰ ਹਜ਼ੂਰ ਕਹਿੰਦੇ ਉਹਨਾਂ ਨੂੰ ਵੀ ਕੰਨ ਖੋਲ ਕੇ ਸੁਣ ਲੈਣਾ ਚਾਹੀਦਾ ਹੈ। ਜਿਹੜੇ ਬਹੁਤੇ ਨਿਡਰ ਹੋਏ ਨੇ ਉਹਨਾਂ ਨੂੰ ਡਰ ਜਾਣੀਏ, ਤੇ ਉਹਨਾਂ ਨੂੰ ਭਾਈ ਬਹੁਤਾ ਡਰ ਅੱਗੇ ਜਾ ਕੇ ਪ੍ਰਾਪਤ ਹੁੰਦਾ ਹੈ। ਇਸ ਗੱਲ ਨੂੰ ਅਸੀਂ ਜਾਣਿਆ ਹੈ। ਬਾਜ ਗੁਰੂ ਗੋਬਾਰ, ਗੁਰੂ ਤੋਂ ਬਿਨਾਂ ਅੱਗੇ ਜਾ ਕੇ ਘੁੱਪ ਹਨੇਰਾ ਹੀ ਨਜ਼ਰ ਆਉਣਾ ਹੈ। ਭਾਵ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੀ ਅਗਲਾ ਰਾਹ ਰੌਸ਼ਨ ਕਰਦੇ ਨੇ, ਨਹੀਂ ਤੇ ਘੁੱਪ ਹਨੇਰਾ ਹੀ ਪਿਆ ਰਹਿੰਦਾ। ਤੇ ਜਿਹੜੇ ਬਹੁਤੇ ਆਪਣੇ ਆਪ ਨੂੰ ਨਿਡਰ ਸਮਝਦੇ ਨੇ, ਜਦੋਂ ਅੱਗੇ ਜਾ ਕੇ ਘੁੱਪ ਹਨੇਰੇ ਵਿੱਚੋਂ ਦੀ ਲੰਘਣਾ ਪਿਆ ਤੇ ਉੱਥੇ ਜਾ ਕੇ ਉਹਨਾਂ ਨੂੰ ਵੀ ਡਰ ਲੱਗੇਗਾ, ਉੱਥੇ ਉਹਨਾਂ ਨੂੰ ਵੀ ਡਰਨਾ ਪਵੇਗਾ। ਅਸਥਿਰ ਕਰਤਾ ਦੇਖੀਐ ਹੋਰ ਕੀਤੀ ਆਵੈ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਮੇਸ਼ਾ ਸਿਰ ਰਹਿਣ ਵਾਲਾ ਤੇ ਇੱਕੋ ਹੀ ਕਰਤਾ ਪੁਰਖ ਵਾਹਿਗੁਰੂ ਦੇਖੀਦਾ ਹੈ। ਕੇਵਲ ਵਾਹਿਗੁਰੂ ਪਰਮੇਸ਼ਰ ਹੀ ਹੈ ਜੋ ਕਦੇ ਨਾਸ ਨਹੀਂ ਹੁੰਦਾ। ਹੋਰ ਕੀਤੀ ਆਵੈ ਜਾਏ, ਹੋਰ ਕਿਤਨੀ ਸ੍ਰਿਸ਼ਟੀ ਹੈ ਉਹ ਭਾਈ ਆਉਂਦੀ ਜਾਂਦੀ ਹੈ।
कई जैनो पै कीट पतंगा, कई जन्म गज मीन कुरंगा। चाहे जीव सृष्टि है ते चाहे कोई जड़ सृष्टि है, वो सारी ही आउंदी जांदी रहिंदी है। आपे निर्मल एक तू होर बंदी तंदे पाए। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, हे ਵਾਹਿਗੁਰੂ ਜੀ, ਤੂੰ ਇੱਕੋ ਇੱਕ ਆਪ ਹੀ ਨਿਰਮਲ ਪਵਿੱਤਰ ਸਰੂਪ ਹੈ। ਹੋਰ ਬੰਦੀ ਧੰਦਾ ਪਾਏ, ਹੋਰ ਜਿਤਨੀ ਵੀ ਸ੍ਰਿਸ਼ਟੀ ਹੈ ਉਹਨੂੰ ਧੰਦਿਆਂ ਦੇ ਵਿੱਚ ਪਾ ਕੇ, ਜੰਜਾਲ ਦੇ ਵਿੱਚ ਫਸਾ ਕੇ ਤੁਸਾਂ ਬੰਨ ਛੱਡਿਆ ਹੈ। ਗੁਰ ਰਾਖੇ ਸੇ ਉਬਰੈ ਸਾਚੇ ਸਿਉ ਲਿਵ ਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਗੁਰੂ ਨੇ ਰੱਖਿਆ ਹੈ ਉਹ ਬਚੇ ਨੇ। ਬਚੇ ਕਿਵੇਂ ਨੇ? ਸਾਚੇ ਸਿਉ ਲਿਵ ਲਾਏ। ਉਹ ਸੱਚੇ ਅਕਾਲ ਪੁਰਖ ਦੇ ਨਾਲ ਚੇਦੀ ਬਿਰਤੀ ਨੂੰ ਜੋੜ ਕੇ ਉਹ ਇਸ ਤਰ੍ਹਾਂ ਬਚ ਗਏ ਨੇ। ਨਹੀਂ ਤੇ ਭਾਈ ਸਾਰੇ ਧੰਦਿਆਂ ਦੇ ਵਿੱਚ ਹੀ, ਖਲਜਗਨ ਦੇ ਵਿੱਚ ਹੀ ਫਸੇ ਹੋਏ ਨਜ਼ਰ ਆ ਰਹੇ ਹਨ। ਹਰ ਜੀਉ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਗੁਰੂ ਕੇ ਸ਼ਬਦ ਦੁਆਰਾ ਪਛਾਣੀਦਾ ਹੈ। ਗੁਰੂ ਦਾ ਸ਼ਬਦ ਉਹ ਝਰੂਖਾ ਹੈ ਜਿਸ ਦੇ ਵਿੱਚੋਂ ਦੀ ਅਕਾਲ ਪੁਰਖ ਦੇ ਦਰਸ਼ਨ ਹੋ ਸਕਦੇ ਨੇ। ਸਾਚ ਰਤੇ ਗੁਰਵਾਕ, ਵੀ ਜਿਹੜੇ ਗੁਰਮੁਖ ਜਨ ਹਨ ਉਹ ਗੁਰਵਾਕ ਗੁਰੂ ਕੇ ਬਚਨਾਂ ਦੁਆਰਾ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ। ਇਸੇ ਲਈ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਹੋ ਜਾਂਦੇ ਹਨ। ਤਿਤ ਤਨ ਮੈਲ ਨ ਲੱਗਈ ਸੱਚ ਘਰ ਜਿਸ ਉਤਾਕ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਗੁਰਮੁਖ ਦੇ ਤਨ ਸਰੀਰ ਨੂੰ ਪਾਪਾਂ ਦੀ, ਵਿਕਾਰਾਂ ਦੀ, ਹਉਮੈ ਹੰਕਾਰ ਦੀ ਵੀ ਕਦੇ ਮੈਲ ਨਹੀਂ ਲੱਗਦੀ। ਸੱਚ ਘਰ ਜਿਸ ਉਤਾਕ, ਜਿਸ ਨੇ ਸੱਚੇ ਘਰ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ, ਉਤਾਕ ਦਾ ਅਰਥ ਹੈ ਟਿਕਾਣਾ ਬਣਾ ਲਿਆ। ਭਾਵ ਜਿਹੜੇ ਵਾਹਿਗੁਰੂ ਦੇ ਸੱਚਖੰਡ ਘਰ ਦੇ ਵਾਸੀ ਹੋ ਗਏ ਨੇ, ਜਿਨ੍ਹਾਂ ਨੇ ਉੱਥੇ ਆਪਣੇ ਰਹਿਣ ਦੇ ਲਈ ਉਤਾਕ ਦਾ ਅਰਥ ਟਿਕਾਣਾ ਬਣਾ ਲਿਆ ਹੈ, ਉਹਨਾਂ ਦੇ ਸਰੀਰ ਨੂੰ ਕਦੇ ਵੀ ਮੈਲ ਨਹੀਂ ਲੱਗਦੀ। ਉਹ ਹਮੇਸ਼ਾ ਪਵਿੱਤਰ ਹੀ ਜੀਵਨ ਵਾਲੇ ਰਹਿੰਦੇ ਹਨ। ਨਦਰ ਕਰੇ ਸਚ ਪਾਈਐ ਬਿਨ ਨਾਵੇ ਕਿਆ ਸਾਕ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਵਾਹਿਗੁਰੂ ਨਦਰ ਕਰੇ, ਕਿਰਪਾ ਦ੍ਰਿਸ਼ਟੀ ਕਰੇ, ਸੱਚ ਪਾਈਐ ਤੇ ਫੇਰ ਹੀ ਉਹਦਾ ਸੱਚਾ ਨਾਮ ਪ੍ਰਾਪਤ ਕਰੀਦਾ। ਬਿਨ ਨਾਵੇ ਕਿਆ ਸਾਕ, ਭਾਈ ਨਾਮ ਤੋਂ ਬਿਨਾਂ ਹੋਰ ਸੰਬੰਧ ਕਾਹਦਾ ਹੈ? ਜੇ ਅਸੀਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਾਂਗੇ ਤਾਂ ਹੀ ਉਹਦੇ ਦਰ ਤੇ ਪ੍ਰਵਾਨ ਹੋ ਸਕਦੇ ਹਾਂ। ਨਾਮ ਤੋਂ ਬਿਨਾਂ ਹੋਰ ਕੋਈ ਇੱਥੇ ਸਾਖ ਸੰਬੰਧ ਵਾਹਿਗੁਰੂ ਦੇ ਨਾਲ ਜੁੜ ਹੀ ਨਹੀਂ ਸਕਦਾ। ਜਿਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ। ਜਾਂ ਬਿਨ ਨਾਵੇ ਕਿਆ ਸਾਖ, ਇਹਦਾ ਇਉਂ ਵੀ ਅਰਥ ਕੀਤਾ ਹੈ, ਨਾਮ ਤੋਂ ਬਿਨਾਂ ਹੋਰ ਕਿਹੜਾ ਸਾਖ ਸੰਬੰਧ ਹੈ ਜਿਹੜਾ ਅੱਗੇ ਜਾ ਕੇ ਕੋਈ ਸਾਡੀ ਸਹਾਇਤਾ ਕਰ ਸਕੇ? ਕੋਈ ਸਾਖ ਸੰਬੰਧ, ਕੋਈ ਰਿਸ਼ਤੇਦਾਰ, ਕੋਈ ਹੋਰ ਸਾਡੀ ਅੱਗੇ ਨਹੀਂ ਸਹਾਇਤਾ ਕਰ ਸਕਦਾ। ਉੱਥੇ ਨਾਮ ਨੇ ਹੀ ਸਹਾਇਤਾ ਕਰਨੀ ਹੈ। ਜਿਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ। ਹਜ਼ੂਰ ਕਹਿੰਦੇ, ਜਿਨ੍ਹਾਂ ਨੇ ਸੱਚ ਸਰੂਪ ਪਰਮੇਸ਼ਰ ਨੂੰ ਪਛਾਣ ਲਿਆ ਹੈ, ਸੇ ਸੁਖੀਏ ਜੁਗ ਚਾਰੋ, ਚਾਰੇ ਯੁਗਾਂ ਦੇ ਵਿੱਚ ਪਾਈ ਸੁਖੀ ਹੋ ਗਏ। ਇਹਦਾ ਮਤਲਬ ਇਹ ਹੈ, ਚਾਹੇ ਕਿਸੇ ਵੀ ਯੁੱਗ ਦੇ ਵਿੱਚ ਕਿਸੇ ਨੇ ਨਾਮ ਜਪਿਆ, ਭਗਤੀ ਕੀਤੀ, ਸੱਚ ਨੂੰ ਪਛਾਣਿਆ, ਤੇ ਉਹ ਚਾਰੇ ਯੁਗਾਂ ਦੇ ਵਿੱਚ ਸੁਖੀ ਹੋ ਗਏ ਤੇ ਚਾਰੇ ਯੁਗਾਂ ਤੱਕ ਭਾਵ ਹਮੇਸ਼ਾ ਹਮੇਸ਼ਾ ਸੁਖੀ ਰਹਿਣਗੇ। ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰਖਿਆ ਉਰ ਧਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਨੇ ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਕੇ, ਹਉਮੈ ਤੇ ਤ੍ਰਿਸ਼ਨਾ ਦੀ ਅੱਗ ਹੈ, ਇਹਨੂੰ ਮਾਰ ਕੇ ਸੱਚ ਰੱਖਿਆ ਔਰ ਧਾਰ। ਉਹਨਾਂ ਨੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੈ। ਇਸੇ ਕਰਕੇ ਉਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲੇ ਨੇ ਤੇ ਵਾਹਿਗੁਰੂ ਨੂੰ ਮਿਲ ਕੇ ਉਹਨਾਂ ਨੇ ਸदैवी ਸੁਖ ਪ੍ਰਾਪਤ ਕਰ ਲਿਆ ਹੈ। ਜਗ ਮਹਿਲਾ ਏਕ ਨਾਮ ਪਾਈਐ ਗੁਰ ਵਿਚਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਸੰਸਾਰ ਦੇ ਵਿੱਚ ਲਾਹਾ ਕੇਵਲ ਇੱਕ ਨਾਮ ਦਾ ਹੀ ਹੈ। ਤੇ ਇਹ ਮਿਲਦਾ ਕਿਵੇਂ ਹੈ? ਪਾਈਐ ਗੁਰ ਵਿਚਾਰ।
ਗੁਰੂ ਦੀ ਬਖਸ਼ੀ ਵਿਚਾਰ ਦੁਆਰਾ ਹੀ ਇਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਉਂਕਿ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਲਾਹਾ ਵਾਹਿਗੁਰੂ ਦੇ ਨਾਮ ਦਾ ਹੈ। ਸਤਿਗੁਰੂ ਦੇ ਬਚਨ ਨੇ, ਜਿਸ ਵਖਰ ਕਉ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਜਦੋਂ ਆਪਾਂ ਗੁਰੂ ਦੀ ਵਿਚਾਰ, ਗੁਰਬਾਣੀ ਦੀ ਵਿਚਾਰ ਕਰਦੇ ਹਾਂ ਤਾਂ ਹੀ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਸਭ ਤੋਂ ਵੱਡਾ ਲਾਹਾ ਤੇ ਵਾਹਿਗੁਰੂ ਦੇ ਨਾਮ ਦਾ ਹੀ ਹੈ। ਸਾਚੋ ਵਖਰ ਲਾਦੀਐ, ਲਾਭ ਸਦਾ ਸਚ ਰਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਚੋ ਵਖਰ ਲਾਦੀ ਹੈ ਵੀ ਜਿਹੜੀ ਸਾਚੋ ਵਖਰ ਦਾ ਅਰਥ ਹੈ ਸੱਚਾ ਸੌਦਾ। ਜਿਹੜਾ ਸੱਚਾ ਸੌਦਾ ਕੀ ਹੈ? ਵਾਹਿਗੁਰੂ ਦੇ ਨਾਮ ਦਾ। ਇਹਨੂੰ ਭਾਈ ਲੱਦਣਾ ਚਾਹੀਦਾ ਹੈ। ਵਣਜ ਕਰੋ ਵਣਜਾਰਿਓ, ਵਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ, ਅੱਗੇ ਸਾਹੁ ਸੁਜਾਣੈ ਲੈਸੀ ਵਸਤ ਸੰਭਾਲ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ ਸਹੁ ਦੇਖੈ ਪਤੀ ਆਏ। ਇਹ ਹੈ ਸਾਚੋ ਵਖਰ। ਇਹ ਸੱਚਾ ਵਖਰ ਨਾਮ ਦਾ ਸੌਦਾ ਲੱਦਣਾ ਚਾਹੀਦਾ ਹੈ। ਲਾਭ ਸਦਾ ਸੱਚ ਰਸ, ਫਿਰ ਤੁਹਾਨੂੰ ਅੱਗੇ ਸੱਚੀ ਪੂੰਜੀ ਦਾ ਹਮੇਸ਼ਾ ਲਈ ਲਾਭ ਪ੍ਰਾਪਤ ਹੋਵੇਗਾ। ਇਹਦਾ ਮਤਲਬ ਇਹ ਹੈ ਜਿਹੜਾ ਸੱਚੇ ਨਾਮ ਦਾ ਸੌਦਾ ਖਰੀਦਦੇ ਨੇ ਤੇ ਫਿਰ ਉਹਨਾਂ ਨੂੰ ਜਿਹੜੀ ਸੱਚੀ ਭਗਤੀ ਦੀ ਰਾਸ ਪੂੰਜੀ ਹੈ ਉਹਦਾ ਹਮੇਸ਼ਾ ਲਈ ਲਾਭ ਪ੍ਰਾਪਤ ਹੁੰਦਾ ਹੈ। ਸਾਚੀ ਦਰਗਹਿ ਬੈਸਈ, ਭਗਤ ਸੱਚੀ ਅਰਦਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਦੇ ਕੋਲੇ ਸੱਚੀ ਭਗਤੀ ਤੇ ਅਰਦਾਸ ਹੁੰਦੀ ਹੈ ਉਹ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਵੀ ਜਾ ਕੇ ਸੁਖ ਸਤਕਾਰ ਦੇ ਨਾਲ ਬੈਠਦੇ ਨੇ। ਇਹਦਾ ਮਤਲਬ ਇਹ ਹੈ ਜਿਹੜੇ ਗੁਰਮੁਖ ਪਿਆਰੇ ਹਰ ਵੇਲੇ ਭਗਤੀ ਕਰਦੇ ਹਨ, ਬਾਣੀ ਪੜ੍ਹਦੇ ਹੈ, ਸੇਵਾ ਸਿਮਰਨ ਕਰਦੇ ਹਨ, ਇਹਨੂੰ ਹੀ ਭਗਤੀ ਆਖਿਆ ਜਾਂਦਾ ਹੈ। ਅਥਵਾ ਨਵਦਾ ਭਗਤੀ ਵੀ ਲਿਖੀ ਹੈ, ਸਰਵਣ ਸਿਮਰਨ ਔ ਕੀਰਤਨ ਪਾਦ ਸੇਵ ਅਰਚਾਨ, ਦਾਸਾ ਸਕਪਨ ਬੰਦਨਾ ਸਰਬ ਨਿਵੇਦਨ ਜਾਣ। ਜਿਹੜੇ ਇਸ ਤਰ੍ਹਾਂ ਇਹ ਭਗਤੀ ਵੀ ਕਰਦੇ ਨੇ, ਸੱਚੀ ਭਗਤੀ, ਇੱਕ ਪਖੰਡ ਦੀ ਭਗਤੀ ਵੀ ਹੈ। ਜਿਵੇਂ ਬਗਲਾ ਅੱਖਾਂ ਮੀਟ ਕੇ ਇੱਕ ਲਾਦੇ ਭਾਰ ਖਲੋ ਜਾਂਦਾ ਹੈ, ਪਰ ਉਹਦੀ ਭਗਤੀ ਸੱਚੀ ਭਗਤੀ ਨਹੀਂ ਹੁੰਦੀ। ਜਦੋਂ ਕੋਈ ਡੱਡੀ ਮੱਛੀ ਉਹਦੇ ਕੋਲੇ ਆਉਂਦੀ ਉਸੇ ਵੇਲੇ ਉਹਨੂੰ ਝਪਟ ਕੇ ਖਾ ਜਾਂਦਾ ਹੈ। ਕਈ ਐਸੇ ਵੀ ਪਖੰਡੀ ਨੇ ਬਗਲੇ ਵਾਂਗ ਜਿਹੜੇ ਸਮਾਧੀਆਂ ਲਾਉਂਦੇ ਨੇ, ਝੂਠੀ ਭਗਤੀ ਕਰਦੇ ਨੇ ਤੇ ਪਰ ਹੁੰਦੇ ਅੰਦਰੋਂ ਮਾਇਆ ਦੇ ਭੁੱਖੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਜਿਹੜੇ ਸੱਚੀ ਭਗਤੀ ਕਰਦੇ ਨੇ ਤੇ ਸੱਚੀ ਹੀ ਅਰਦਾਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਰਦੇ ਨੇ, ਉਹੀ ਸੱਚੀ ਦਰਗਾਹ ਦੇ ਵਿੱਚ ਭਾਈ ਬੈਠਦੇ ਨੇ, ਉਹਨਾਂ ਦਾ ਸਤਿਕਾਰ ਹੁੰਦਾ ਹੈ। ਪਤ ਸਿਉ ਲੇਖਾ ਨਿਬੜੈ, ਰਾਮ ਨਾਮ ਪਰਗਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਗੁਰਮੁਖਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਚਾਨਣ ਹੋ ਜਾਂਦਾ ਹੈ, ਪਤ ਸੋਂ ਲੇਖਾ ਨਿਬੜੈ, ਉਹਨਾਂ ਦਾ ਬੜੀ ਪਤ ਇੱਜ਼ਤ ਦੇ ਨਾਲ ਲੇਖਾ ਨਿਬੜਦਾ ਹੈ। ਇਹਦਾ ਮਤਲਬ ਇਹ ਹੈ ਜਦੋਂ ਨਾਮ ਰਸੀਏ ਮਹਾਂਪੁਰਖ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦੇ ਨੇ, ਧਰਮਰਾਜ ਉਹਨਾਂ ਦਾ ਬੜਾ ਸਤਿਕਾਰ ਕਰਦਾ ਹੈ। ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪੁਨੀਤ, ਰੇਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ। ਧਰਮਰਾਜ ਉਹਨਾਂ ਦਾ ਸਤਿਕਾਰ ਕਰਦਾ ਹੈ ਤੇ ਬੜੇ ਅਦਬ ਸਤਿਕਾਰ ਦੇ ਨਾਲ ਉਹਨਾਂ ਦਾ ਲੇਖਾ ਨਿਬੇੜ ਦਿੰਦਾ ਹੈ। ਤੇ ਜਾਂ ਇਹਦਾ ਦੂਜਾ ਮਤਲਬ ਇਹ ਵੀ ਹੈ, ਵਾਹਿਗੁਰੂ ਪਰਮੇਸ਼ਰ ਜਿਹੜਾ ਨਾਮ ਜਪਣ ਵਾਲੇ ਮਹਾਂਪੁਰਖ ਨੇ ਔਰ ਉਹਨਾਂ ਦਾ ਲੇਖਾ ਪਾੜ ਹੀ ਦਿੰਦੇ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਇਸ ਢੰਗ ਦੇ ਨਾਲ ਉਹਨਾਂ ਦਾ ਬੜੀ ਇੱਜ਼ਤ ਦੇ ਨਾਲ ਲੇਖਾ ਨਿਬੜ ਜਾਂਦਾ ਹੈ। ਉੱਚਾ ਉੱਚਾ ਆਖੀਐ, ਕਹੋ ਨਾ ਦੇਖਿਆ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉੱਚਾ ਉੱਚੋ ਆਖੀਐ, ਉਸ ਵਾਹਿਗੁਰੂ ਨੂੰ ਵਾਹਿਗੁਰੂ ਉੱਚਾ ਹੈ ਤੇ ਉਸ ਨੂੰ ਉੱਚਾ ਹੀ ਸਾਰੇ ਆਖਦੇ ਨੇ। ਕਹੋ ਨਾ ਦੇਖਿਆ ਜਾਏ, ਹਜ਼ੂਰ ਕਹਿੰਦੇ ਨੇ ਭਾਈ ਕਹਿੰਦੇ ਵੀ ਬਹੁਤ ਨੇ, ਅਸੀਂ ਵੀ ਕਹਿੰਦੇ ਹਾਂ, ਨਾ ਦੇਖਿਆ ਜਾਏ ਪਰ ਉਸ ਨੂੰ ਦੇਖਿਆ ਨਹੀਂ ਜਾ ਸਕਦਾ। ਕਹਿਣ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਅਸੀਂ ਕਿੰਨੀਆਂ ਗੱਲਾਂ ਕਰ ਲੈਂਦੇ ਹਾਂ ਰੱਬ ਦੇ ਬਾਰੇ, ਪਰ ਕੇਵਲ ਕਹਿਣ ਦੇ ਨਾਲ ਕੁਛ ਨਹੀਂ ਬਣਦਾ, ਕਹਿਣ ਦੇ ਨਾਲ ਉਸ ਦੇ ਦੀਦਾਰ ਨਹੀਂ ਹੋ ਸਕਦੇ। ਜਹ ਦੇਖਾਂ ਤਹ ਏਕ ਤੂੰ, ਸਤਿਗੁਰ ਦੀਆ ਦਿਖਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਪਣੇ ਆਪ ਤੇ ਉੱਚਾ ਕਹਿਣ ਦੇ ਨਾਲ
ਕੁਛ ਨਹੀਂ ਪਤਾ ਲੱਗ ਸਕਦਾ। ਹਾਂ, ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਾਂ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਤੇ ਸਤਿਗੁਰੂ ਨੇ ਗਿਆਨ ਦਾ ਸੁਰਮਾ ਪਾ ਕੇ ਤੇ ਫਿਰ ਸਾਡੀ ਜਿਹੜੀ ਦ੍ਰਿਸ਼ਟੀ ਸੀ ਉਹ ਉਜਲ ਕਰ ਦਿੱਤੀ, ਸਤਿਗੁਰ ਦੀਆ ਦਿਖਾਏ। ਸਤਿਗੁਰੂ ਨੇ ਉਸ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੱਤੇ। ਹੁਣ ਕੈਸੀ ਅਵਸਥਾ ਬਣ ਗਈ, ਜੈ ਦੇਖਾਂ ਤੈ ਏਕ ਤੂੰ। ਹੁਣ ਜਿੱਥੇ ਵੀ ਦੇਖਦੇ ਹਾਂ ਉੱਥੇ ਹੀ ਵਾਹਿਗੁਰੂ ਇੱਕ ਤੂੰ ਵਸ ਰਿਹਾ ਸਾਨੂੰ ਨਜ਼ਰ ਆ ਰਿਹਾ ਹੈ। ਦੋਏ ਦੋਏ ਲੋਚਨ ਪੇਖਾ ਹੋ ਹਰ ਬਿਨ ਔਰ ਨਾ ਦੇਖਾ, ਐਸੀ ਅਵਸਥਾ ਬਣ ਗਈ ਹੈ। ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋਤ ਨਿਰੰਤਰ ਜਾਣੀ ਹੈ, ਵੀ ਉਸ ਵਾਹਿਗੁਰੂ ਦੀ ਜਿਹੜੀ ਜੋਤ ਹੈ, ਅਖੰਡ ਜੋਤ ਹੈ, ਸਭ ਦੇ ਅੰਦਰ ਬਿਨਾਂ ਭੇਦ ਭਾਵ ਦੇ ਜਗ ਰਹੀ ਹੈ, ਉਸ ਨੂੰ ਜਾਣ ਲਈਦਾ ਹੈ। ਕਿਵੇਂ? ਗੁਰੂ ਦੀ ਕਿਰਪਾ ਦੁਆਰਾ। ਨਾਨਕ ਸਹਿਜ ਸੁਭਾਏ, ਸੁਤੇ ਸਿੱਧ ਹੀ ਉਸ ਜੋਤ ਦੇ ਦਰਸ਼ਨ ਹੋ ਜਾਂਦੇ ਨੇ। ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ, ਜਿਸ ਨੂੰ ਜਾਗਤ ਜੋਤ ਵੀ ਆਖਿਆ, ਜਿਸ ਬਾਰੇ ਇਹ ਵੀ ਲਿਖਿਆ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੇ। ਉਹ ਸੁਤੇ ਸਿੱਧ ਹੀ ਗੁਰੂ ਦੀ ਕਿਰਪਾ ਦੁਆਰਾ ਉਸ ਨਿਰੰਤਰ ਜੋਤ, ਅਖੰਡ ਜੋਤ ਦੇ ਭਾਈ ਦਰਸ਼ਨ ਦੀਦਾਰੇ ਹੋ ਜਾਂਦੇ ਨੇ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ੇ ਨੇ। ਆਪਾਂ ਸੁਣਿਆ, ਇਹਨਾਂ ਨੂੰ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜਹ ਦੇਖਾਂ ਤਹ ਏਕ ਤੂੰ ਸਤਿਗੁਰ ਦੀਆ ਦਿਖਾਏ, ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।